इस बहन का नाम काजल है। आज हम इनकी गवाही को इनसे सुनेंगे कि कैसे परमेश्वर ने इन्हें कोमा से बाहर निकाला। तो आइए देखते हैं परमेश्वर के ग्रेटेस्ट मिरेकल को। सारिਆਂ ਨੂੰ ਜੈ ਮਸੀਹ ਦੀ। ਮੇਰਾ ਨਾਮ ਕਾਜਲ ਆ, ਮੈਂ ਜਲੰਧਰ ਸ਼ਹਿਰ ਦੀ ਰਹਿਣ ਵਾਲੀ ਆ। ਮੈਂ ਤੁਹਾਨੂੰ ਆਪਣੀ ਜੀਵਨ ਦੀ ਬਹੁਤ ਵੱਡੀ ਟੈਸਟਾਮਨੀ ਦੇਣ ਜਾ ਰਹੀ ਆ। ਪਹਿਲਾਂ ਜਦੋਂ ਮੈਂ 13 ਸਾਲ ਦੀ ਸੀ ਉਦੋਂ मैं स्कूल ਵਿੱਚ स्टडी करते टाइम ਮੈਨੂੰ ਚੱਕਰ ਆ ਜਾਣੇ, मैं बेहोश हो जाना और मेरे टीचर ने ਮੈਨੂੰ ਹੋਸ਼ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ लेकिन ਮੈਨੂੰ ਕੋਈ ਹੋਸ਼ नहीं सी आ रही। उस दिन ਜਦੋਂ मैं ज़्यादा ਸਮਾਂ स्कूल ਵਿੱਚ बेहोश ਰਹੀ ਤਾਂ ਮੇਰੇ ब्रदर ਮੈਨੂੰ ਸਕੂਲ ਵਿੱਚੋਂ ਲੈਣ ਆਏ ਤਾਂ ਲੈ ਕੇ ਮੈਨੂੰ ਫੈਮਿਲੀ ਡਾਕਟਰ ਕੋਲ ਦਿਖਾਇਆ ਉਹਨਾਂ ਨੇ। ਤਾਂ ਡਾਕਟਰ ਨੇ ਚੈੱਕਅਪ ਨਹੀਂ ਕੀਤਾ ਤਾਂ ਡਾਕਟਰ ਨੇ ਕਿਹਾ ਕਿ ਇਹ ਠੀਕ ਹੈ ਬਿਲਕੁਲ, ਸਿਰਫ ਵੀਕਨੈਸ ਦੀ ਵਜ੍ਹਾ ਨਾਲ ਵੀਕਨੈਸ ਇਹਨੂੰ ਮਹਿਸੂਸ ਹੁੰਦੀ ਹੋਣੀ, ਵੀਕਨੈਸ ਦੀ ਵਜ੍ਹਾ ਨਾਲ ਇਹ ਸਭ ਕੁਛ ਬੇਹੋਸ਼ ਹੋ ਜਾਂਦੀ ਹੈ। ਅਤੇ ਫਿਰ ਡਾਕਟਰ ਨੇ ਡਾਈਟ ਵਧਾਉਣ ਨੂੰ ਕਿਹਾ ਮੇਰੇ ਮਦਰ ਨੂੰ, ਅਤੇ ਉਹਨਾਂ ਨੂੰ ਦੱਸਿਆ ਅਤੇ ਫਿਰ ਇਹਨਾਂ ਨੇ ਮੇਰੇ ਡਾਈਟ ਵਧਾਈ ਮੇਰੀ ਫੈਮਿਲੀ ਨੇ। ਅਤੇ ਮੈਨੂੰ ਮੇਰੇ ਮਦਰ ਨੇ ਜੂਸ ਦੇ ਡੱਬੇ ਲਿਆ ਕੇ ਰੱਖ ਦਿੱਤੇ ਸੀ ਮੇਰੇ ਕੋਲ, ਅਤੇ ਮੈਂ ਪੀ ਜਾ ਰਹੀ ਸੀ ਬਾਰ-ਬਾਰ ਔਰ ਵਾਸ਼ਰੂਮ ਜਾ ਰਹੀ ਸੀ। ਫਿਰ ਉਸ ਤੋਂ ਬਾਅਦ ਮੈਂ ਬੇਹੋਸ਼ ਹੋ ਗਈ ਸੀ, ਮੈਨੂੰ ਕੁਛ ਨਹੀਂ ਸੀ ਪਤਾ। ਲਾਂਬੜੇ ਹੌਸਪੀਟਲ ਲੈ ਕੇ ਗਏ ਤਾਂ ਉੱਥੇ 1-2 ਦਿਨ ਡਾਕਟਰਾਂ ਨੇ ਹੌਸਪੀਟਲ 'ਚ ਮੈਨੂੰ ਐਡਮਿਟ ਕੀਤਾ। ਤਾਂ ਫਿਰ ਉਹਨਾਂ ਨੂੰ ਜਦੋਂ ਮੇਰਾ ਚੈੱਕਅਪ ਕੀਤਾ ਅਤੇ ਉਹਨਾਂ ਨੂੰ ਪਤਾ ਲੱਗਾ ਕਿ ਇਹਨੂੰ ਸ਼ੂਗਰ ਦੀ ਪ੍ਰੋਬਲਮ ਹੈ, ਬਲੱਡ ਸ਼ੂਗਰ ਹੈ ਇਹਨੂੰ। ਅਤੇ ਉਹਨਾਂ ਨੇ ਕਿਹਾ ਕਿ ਸਾਡੇ ਬੱਸੋਂ ਬਾਹਰ ਕਿ ਇਹਨੂੰ ਕੋਈ ਹੋਸ਼ ਵੀ ਨਹੀਂ ਕਰ ਰਹੀ ਹੈ, ਇਹਨੂੰ ਤੁਸੀਂ ਵੱਡੇ ਹੌਸਪੀਟਲ ਲੈ ਜਾਓ। ਜਦੋਂ ਮੇਰੇ ਮੰਮੀ ਮੈਨੂੰ ਵੱਡੇ ਹੌਸਪੀਟਲ 'ਚ ਜਲੰਧਰ ਦੇ ਵੱਡੇ ਹੌਸਪੀਟਲ 'ਚ ਲੈ ਕੇ ਗਏ ਤਾਂ ਮੇਰੀ ਕੰਡੀਸ਼ਨ ਇੰਨੀ ਜ਼ਿਆਦਾ ਕ੍ਰਿਟੀਕਲ ਸੀ ਕਿ ਜਦੋਂ ਡਾਕਟਰ ਨੇ ਮੈਨੂੰ ਦੇਖਿਆ ਕਿ ਮੇਰੇ ਮੰਮਾ ਨੂੰ ਦੱਸਿਆ ਕਿ ਇਹ ਇੱਕ ਕਿਸਮ ਦੀ ਡੈਡ ਹੀ ਹੋ ਚੁੱਕੀ ਆ। ਅਤੇ ਮੰਮੀ ਨੇ ਉਹ ਕਹਿੰਦੇ ਵੀ ਅਸੀਂ ਐਡਮਿਟ ਨਹੀਂ ਕਰ ਸਕਦੇ ਇਹਨੂੰ। ਅਤੇ ਮੰਮੀ ਨੇ ਤਰਲੇ ਮਿੰਨਤਾਂ ਕੀਤੇ। ਮੰਮੀ ਕਹਿੰਦੇ ਤੁਸੀਂ ਇਹਨੂੰ ਟਰੀਟਮੈਂਟ ਤਾਂ ਸਟਾਰਟ ਕਰਕੇ ਦੇਖੋ। ਅਤੇ ਡਾਕਟਰ ਨੇ ਫਿਰ ਮੇਰੇ ਮੰਮੀ ਦੇ ਤਰਲੇ ਮਿੰਨਤਾਂ ਕਰਨ ਦੇ ਬਾਵਜੂਦ ਵੀ ਫਿਰ ਡਾਕਟਰ ਨੇ ICU ਵਿੱਚ ਮੈਨੂੰ ਸ਼ਿਫਟ ਕੀਤਾ ਸੀ। ਅਤੇ ਫਿਰ ਮੈਨੂੰ 1 ਵੀਕ ਮੈਂ ਕੋਮਾ ਵਿੱਚ ਰਹੀ ਅਤੇ ਫਿਰ ਮੈਨੂੰ ਹੋਸ਼ ਨਹੀਂ ਸੀ ਕੁਛ ਵੀ, ਮੈਂ ਇੱਕ ਸਿਰਫ ਡੈਡ ਬੋਡੀ ਸੀ ਮੇਰੀ ਬਿਲਕੁਲ। ਅਤੇ ਫਿਰ ਮੈਨੂੰ 1 ਵੀਕ ਬਾਅਦ ਥੋੜ੍ਹੀ ਜਿਹੀ ਹੋਸ਼ ਆਈ ਜਦੋਂ ਮੈਨੂੰ ਡਾਕਟਰ ਨੇ ICU ਵਿੱਚੋਂ 1 ਹਫ਼ਤੇ ਬਾਅਦ ਪ੍ਰਾਈਵੇਟ ਰੂਮ ਵਿੱਚ ਸ਼ਿਫਟ ਕੀਤਾ ਅਤੇ ਮੈਨੂੰ ਥੋੜ੍ਹੀ ਹੋਸ਼ ਆਉਣ ਲੱਗ ਗਈ। ਅਤੇ ਫਿਰ ਉਸ ਤੋਂ ਬਾਅਦ ਮੇਰੇ ਮਾਮੀ ਜੀ ਮੇਰਾ ਪਤਾ ਲੈਣ ਆਏ ਹੌਸਪੀਟਲ 'ਚ ਅਤੇ ਉਹ ਖੁਦ ਇੱਕ ਸਟਾਫ ਨਰਸ ਆ ਅਤੇ ਉਹਨਾਂ ਨੇ ਮੈਨੂੰ ਚੈੱਕ ਕੀਤਾ ਔਰ ਉਹਨਾਂ ਨੇ ਮੈਨੂੰ ਦੇਖਿਆ ਕਿ ਕੋਈ ਵੀ ਕਿਸੇ ਵੀ ਬਲੱਡ ਸ਼ੂਗਰ ਇਹਦੇ ਬੋਡੀ 'ਤੇ ਇਫੈਕਟ ਨਾ ਕਰ ਗਈ ਹੋਵੇ ਕਿਸੇ ਵੀ ਅੰਗ ਦੇ ਉੱਤੇ। ਤਾਂ ਫਿਰ ਜਿੱਦਾਂ ਉਹਨਾਂ ਨੇ ਉਸ ਤੋਂ ਬਾਅਦ ਸੌਕਸ ਮੇਰੀਆਂ ਉਤਾਰੀਆਂ, ਸੌਕਸ ਐਨ ਨਾਲ ਚਿਪਕੇ ਹੋਈਆਂ ਸੀਗੀਆਂ ਮੇਰੇ, ਯਾਨੀ ਕਿ ਪੈਰਾਂ ਦੇ ਵਿੱਚ ਛਾਲੇ ਬਹੁਤ ਹੋ ਚੁੱਕੇ ਸੀਗੇ ਔਰ ਉਹਨਾਂ ਨੇ ਕਿਹਾ ਕਿ ਇਹ ਬਲੱਡ ਸ਼ੂਗਰ ਦੇ ਕਾਰਨ ਇਹ ਤੁਹਾਡੇ ਪੈਰ ਗਲ ਚੁੱਕੇ ਆ ਇਸ ਲਈ। ਜਦੋਂ ਡਾਕਟਰ ਕਹਿੰਦੇ ਸੀ ਕਿ ਬਲੱਡ ਸ਼ੂਗਰ ਦਾ ਲੈਵਲ ਇੰਨਾ ਜ਼ਿਆਦਾ ਵੱਧ ਗਿਆ ਸੀ ਕਿ ਕੋਈ ਵੀ ਇਹਨੂੰ ਫਰਕ ਨਹੀਂ ਪੈ ਰਿਹਾ ਔਰ ਡਾਕਟਰ ਨੇ ਕਿਹਾ ਸੀ ਕਿ ਇਹਦੇ ਪੈਰ ਕੱਟਣੇ ਹੀ ਪੈਣੇ ਆ। ਅਤੇ ਔਰ ਡਾਕਟਰ ਨੇ ਮੈਨੂੰ ਤਾਰੀਖ ਦੇ ਦਿੱਤੀ ਸੀ ਵੀ ਇਸ ਡੇਟ ਨੂੰ ਪੈਰ ਕੱਟਣੇ ਪੈਣੇ ਆ। ਅਤੇ ਫਿਰ ਹੋਰ ਡਾਕਟਰਾਂ ਨੂੰ ਵੀ ਅਸੀਂ ਚੈੱਕਅਪ ਕਰਵਾਇਆ, ਅਸੀਂ ਦਿਖਾਇਆ ਕਿ ਡਾਕਟਰ ਜਿੱਥੇ ਵੀ ਜਿੰਨੇ ਹੌਸਪੀਟਲ ਅਸੀਂ ਦਿਖਾਇਆ ਤਾਂ ਡਾਕਟਰਾਂ ਨੇ ਇਹੀ ਜਵਾਬ ਦਿੱਤਾ ਕਿ ਕੁਛ ਵੀ ਹੋ ਜਾਵੇ ਪਰ ਇਹਦੇ ਪੈਰ ਕੱਟਣੇ ਹੀ ਪੈਣੇ, ਕਿਉਂਕਿ ਉਹ ਇੰਨਾ ਲੈਵਲ ਸੀ ਮਤਲਬ ਕਿ ਬਲੱਡ ਸ਼ੂਗਰ ਦਾ, ਉਹਦੇ ਕਾਰਨ ਪੈਰ ਬਿਲਕੁਲ ਗਲ ਚੁੱਕੇ ਸੀਗੇ। ਡਾਕਟਰ ਨੇ ਮੇਰਾ ਸ਼ਡਿਊਲ ਬਣਾ ਕੇ ਦਿੱਤਾ ਸੀ ਅਤੇ ਡਾਕਟਰ ਨੇ ਮੈਨੂੰ ਦੱਸਿਆ ਸੀ ਕਿ ਇਸ ਟਾਈਮ 'ਤੇ ਇਹ ਵਾਲੀ ਚੀਜ਼ ਖਾਣੀ ਆ, ਇਸ ਟਾਈਮ 'ਤੇ ਚਨੇ ਖਾਣੇ ਆ, ਇਸ ਟਾਈਮ 'ਤੇ ਇੰਨੇ ਗ੍ਰਾਮ ਚਨੇ ਖਾਣੇ, ਇਸ ਟਾਈਮ 'ਤੇ ਇੰਨੀ ਤੂੰ ਰੋਟੀ ਖਾਣੀ ਆ। ਕਿ ਜਿੱਦਾਂ ਡਾਕਟਰ ਕਹਿੰਦੇ ਸੀ ਬਸ ਮੈਂ ਜਿੱਦਾਂ ਉਹਨਾਂ ਨੇ ਸ਼ਡਿਊਲ ਬਣਾ ਕੇ ਦਿੱਤਾ ਸੀ ਉਸ ਹਿਸਾਬ ਨਾਲ ਮੈਂ ਖਾ ਪਾ ਰਹੀ ਸੀ। ਮਤਲਬ ਕਿ ਨੋਰਮਲ ਖਾਣਾ ਮੈਂ ਕੁਛ ਨਹੀਂ ਖਾ ਸਕਦੀ ਸੀਗੀ। ਸਭ ਕੁਛ ਸ਼ੂਗਰ ਫਰੀ ਖਾਣ ਦੇ ਬਾਵਜੂਦ ਵੀ ਸ਼ੂਗਰ ਦਾ ਲੈਵਲ ਜਿਹੜਾ ਉਹ ਹਾਈ ਰਹਿੰਦਾ ਹੁੰਦਾ ਸੀ, 600-700 ਤੋਂ ਉੱਪਰ ਹੀ ਰਹਿੰਦਾ ਸੀ, ਹਾਈ ਆਉਂਦੀ ਹੁੰਦੀ ਸੀ। ਮੈਂ ਖੁਦ ਪਰੇਸ਼ਾਨ ਸੀ ਕਿ ਮੈਂ ਸ਼ੂਗਰ ਫਰੀ ਵੀ ਸਭ ਕੁਛ ਖਾ ਰਹੀ ਹਾਂ, ਸ਼ੂਗਰ ਫਰੀ ਸਭ ਕੁਛ ਖਾ ਰਹੀ, ਕਿਉਂ ਇੰਨੀ ਜ਼ਿਆਦਾ ਹਾਈ ਲੈਵਲ ਆ ਰਿਹਾ ਆ। ਜਦੋਂ ਮੇਰੇ ਮਤਲਬ ਕਿ ਪੈਰ ਬਹੁਤ ਜ਼ਿਆਦਾ ਗਲ ਚੁੱਕੇ ਸੀ, ਮੇਰੇ ਨਹੁੰ ਵੀ ਵਿੱਚ ਹੀ ਖੁੱਭ ਚੁੱਕੇ ਸੀਗੇ ਅਤੇ ਉਹ ਡਾਕਟਰ ਨੇ ਫਿਰ ਮੇਰੇ ਨਹੁੰਆਂ ਨੂੰ ਉੱਪਰ ਲਾ ਦਿੱਤਾ ਸੀ ਕਿਉਂਕਿ ਪੈਰ ਇੰਨੇ ਜ਼ਿਆਦਾ ਬੁਰੇ ਹਾਲਤ ਸੀ ਮੇਰੇ ਪੈਰਾਂ ਦੀ ਔਰ ਉਹ ਬਲੈਕ ਹੋ ਚੁੱਕੇ ਸੀਗੇ। ਪੇਟ ਵਿੱਚ ਜਦੋਂ ਮੈਂ ਇੰਜੈਕਸ਼ਨ ਲਗਾਉਣੀ ਹੁੰਦੀ ਸੀ ਅਤੇ ਉਹ ਇੰਜੈਕਸ਼ਨ ਇੰਨੇ ਜ਼ਿਆਦਾ ਡੇਲੀ 4 ਟਾਈਮ, ਇੱਕ ਟਾਈਮ 'ਚ 4 ਟਾਈਮ ਲਗਾਉਣੇ ਅਤੇ ਮੈਨੂੰ ਖੁਦ ਨੂੰ ਨਹੀਂ ਸੀ ਪਤਾ ਲੱਗਦਾ, ਮੈਂ ਰੋਂਦੀ ਹੁੰਦੀ ਸੀ, ਮੰਮੀ ਮੇਰੇ ਪੇਨ ਹੋ ਰਹੀ ਆ। ਅਤੇ ਡਾਕਟਰ ਨੇ ਦੱਸਿਆ ਸੀ ਕਹਿੰਦੇ ਇਹ ਸਾਰੀ ਉਮਰ ਲਈ ਲਾਉਣਾ ਪੈਣਾ ਵਾ, 30 ਪੁਆਇੰਟ ਜਾਂ 20 ਪੁਆਇੰਟ ਇੰਜੈਕਸ਼ਨ ਲੱਗਦੇ ਹੁੰਦੇ ਸੀ 4 ਟਾਈਮ। ਉਸ ਬਿਮਾਰੀ ਦੇ ਕਾਰਨ ਮੇਰੇ 'ਤੇ ਬਹੁਤ ਜ਼ਿਆਦਾ ਮਤਲਬ ਕਿ ਫਾਈਨੈਂਸ ਵਿੱਚ ਵੀ ਸਾਡੇ ਬਹੁਤ ਪ੍ਰੋਬਲਮ ਆ ਚੁੱਕੀ ਸੀ। ਮੇਰੇ 15 ਹਜ਼ਾਰ ਰੁਪਏ ਮੇਰੇ ਮਹੀਨੇ ਦਾ ਖਰਚਾ ਹੁੰਦਾ ਸੀ। ਰੋਜ਼ ਦੇ ਇੰਜੈਕਸ਼ਨ, ਮੈਡੀਸਨ, ਇੰਨੀਆਂ ਇੰਜੈਕਸ਼ਨ ਔਰ ਮੈਡੀਸਨ ਸੀ ਕਿ ਮੈਂ ਖਾ ਖੁਦ ਅੱਕ ਗਈ ਸੀ। ਮੈਨੂੰ ਖੁਦ ਨਹੀਂ ਸਮਝ ਲੱਗਦੀ ਸੀ ਕਿ ਮੈਂ ਕੀ ਕਰਾਂ।
ਤੇ ਫਿਰ ਮੇਰੇ 2-3 ਲੱਖ ਤੋਂ ਵੀ ਜ਼ਿਆਦਾ ਮੇਰੇ ਤੇ ਪੈਸੇ ਲੱਗ ਚੁੱਕੇ ਸੀ। ਮੈਂ ਬਹੁਤ ਪਰੇਸ਼ਾਨ ਰਹਿੰਦੀ ਸੀ। ਇੱਦਾਂ ਦੀ ਦੇਸੀ ਇਲਾਜ ਵੀ ਕਰਵਾ ਕੇ ਦੇਖ ਲਿਆ, ਕੋਈ ਵੀ ਕਿਤੇ ਵੀ ਕੋਈ ਫਰਕ ਨਹੀਂ ਪੈਂਦਾ ਸੀ ਤੇ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਸੀ। ਮੈਂ ਸੋਚਦੀ ਸੀ ਕਿ ਮੇਰੇ ਨਾਲ ਹੋ ਕੀ ਰਿਹਾ ਹੈ। ਮੇਰੇ ਮਦਰ ਮੈਨੂੰ ਫਿਰ ਉਸ ਹਸਪੀਟਲ ਮੇਰੇ ਰਿਪੋਰਟਸ ਕਰਵਾਉਣ ਗਏ, ਉਹਨਾਂ ਨੇ ਚੈੱਕਅਪ ਕਰਵਾਉਣ ਗਏ ਤੇ ਉਹਨਾਂ ਨੇ ਜਦੋਂ ਚੈੱਕਅਪ ਡਾਕਟਰ ਨੇ ਕੀਤਾ ਤਾਂ ਡਾਕਟਰ ਨੇ ਦੱਸਿਆ ਕਿ 20% ਲੀਵਰ ਤੇ ਔਰ 10% ਕਿਡਨੀਆਂ ਤੇ ਅਸਰ ਕਰ ਚੁੱਕੀ ਹੈ, ਇਫੈਕਟ ਕਰ ਚੁੱਕੀ ਹੈ ਸ਼ੂਗਰ। ਤਾਂ ਫਿਰ ਮੈਂ ਜਦੋਂ ਇਹ ਗੱਲ ਸੁਣੀ ਤਾਂ ਮੈਂ ਬਹੁਤ ਪਰੇਸ਼ਾਨ ਸੀ ਕਿ ਇਹ ਮੇਰੇ ਨਾਲ ਕੀ ਹੋ ਰਿਹਾ ਹੈ, ਕਿਉਂਕਿ ਮੈਂ ਜੋ ਸ਼ੂਗਰ ਦਾ ਲੈਵਲ ਘਟਣਾ ਚਾਹੀਦਾ ਉਹ ਟੀਕੇ ਦੇ ਇਨਸੂਲਿਨ ਦੇ ਨਾਲ ਵੀ ਵੱਧਦਾ ਹੀ ਗਿਆ ਤੇ ਮੈਂ ਬਹੁਤ ਪਰੇਸ਼ਾਨ ਸੀ। ਉਸ ਤੋਂ ਬਾਅਦ ਫਿਰ ਮੈਂ ਆਪਣੇ ਆਪ ਨੂੰ ਮੈਂ ਬੋਝ ਸਮਝਣ ਲੱਗ ਪਈ ਸੀ ਕਿ ਮੈਂ ਆਪਣੀ ਫੈਮਿਲੀ ਤੇ ਇੱਕ ਕਿਸਮ ਦਾ ਬੋਝ ਹੀ ਹਾਂ। ਮੈਂ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦੀ ਸੀ। ਮੈਂ ਮੰਮੀ ਨੂੰ ਦੱਸਦੀ ਨਹੀਂ ਸੀ ਕਿ ਮੰਮੀ ਮੈਂ ਸੋਚਦੀ ਪਈ ਹਾਂ। ਮੈਂ ਇਸ ਬਿਮਾਰੀ ਦੀ ਵਜ੍ਹਾ ਨਾਲ ਮੈਂ ਸੁਸਾਈਡ ਕਰਨ ਦੀ ਵੀ ਕੋਸ਼ਿਸ਼ ਕੀਤੀ। ਮੈਨੂੰ ਲੱਗਦਾ ਸੀ ਕਿ ਮੈਂ ਹਾਰ ਚੁੱਕੀ ਸੀ, ਕਿ ਮੈਨੂੰ ਲੱਗਦਾ ਸੀ ਕਿ ਮੈਂ ਨਹੀਂ ਚੰਗੀ ਹੋ ਸਕਦੀ। ਤੇ ਮੈਂ ਇੱਕ ਵਾਰੀ ਇੰਜੈਕਸ਼ਨ ਦੇ ਵਿੱਚ ਮੈਂ ਪਾਣੀ ਮਿਕਸ ਕਰਕੇ ਲਗਾ ਲਿਆ, ਆਪਣੇ ਆਪ ਨੂੰ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਮੈਨੂੰ ਅੱਧੇ ਘੰਟੇ ਬਾਅਦ ਮੈਨੂੰ ਕੋਈ ਹੋਸ਼ ਨਹੀਂ ਸੀ। ਮੈਂ ਥੱਲੇ ਲੇਟ ਰਹੀ ਸੀ। ਮੈਂ ਮੰਮੀ ਨੂੰ ਕਹਿੰਦੀ ਸੀ ਮੰਮੀ ਮੈਂ ਖਤਮ ਆ। ਮੰਮੀ ਕਹਿੰਦੇ ਹੋਇਆ ਕੀ? ਮੈਂ ਕਿਹਾ ਮੰਮੀ ਮੈਂ ਇੱਦਾਂ ਕਰ ਲਿਆ। ਤੇ ਫਿਰ ਮੈਨੂੰ ਹਸਪੀਟਲ 'ਚ ਲੈ ਕੇ ਗਏ। ਮੈਂ ਬੇਹੋਸ਼ ਹੋ ਗਈ ਸੀ ਤੇ ਫਿਰ ਮੈਨੂੰ ਡਾਕਟਰ ਨੇ ਦੱਸਿਆ, ਡਾਕਟਰ ਕਹਿੰਦੇ ਕਿ ਅਗਰ ਖੂਨ ਦੇ ਬਲੱਡ ਦੇ ਵਿੱਚ ਪਾਣੀ ਚਲਾ ਜਾਵੇ ਤਾਂ ਬਹੁਤ ਮੁਸ਼ਕਿਲ ਨਾਲ ਬਚ ਸਕਦਾ ਬੰਦਾ। ਡਾਕਟਰ ਨੇ ਮੇਰਾ ਟ੍ਰੀਟਮੈਂਟ ਸਟਾਰਟ ਕੀਤਾ। ਉਸ ਤੋਂ ਬਾਅਦ ਮੈਨੂੰ ਹੋਸ਼ ਆਈ ਤੇ ਜਦੋਂ ਮੈਂ ਘਰ ਸੀਗੀ ਤੇ ਮੈਨੂੰ ਇੱਕ ਮਤਲਬ ਕਿ ਡੈੱਡ ਬੋਡੀ ਦੀ ਤਰ੍ਹਾਂ ਸੀਗੀ। ਮੈਨੂੰ ਜਦੋਂ ਹਸਪੀਟਲ ਤੋਂ ਘਰ ਲਿਆਂਦਾ ਗਿਆ ਸੀ ਤੇ ਉਹ ਮੈਂ ਟੋਟਲੀ ਬੈੱਡ ਉੱਤੇ ਸੀਗੀ। ਮੈਂ ਈਵਨ ਕਿ ਉੱਠ ਕੇ ਤੁਰਨਾ ਤਾਂ ਦੂਰ ਦੀ ਗੱਲ ਹੈ, ਮੈਂ ਬੈਠ ਤੱਕ ਵੀ ਨਹੀਂ ਸੀ ਪਾਉਂਦੀ ਖੁਦ। ਔਰ ਮੇਰੇ ਮੰਮਾ ਹੀ ਸਾਰਾ ਕੁਛ, ਮੇਰਾ ਟੋਇਲਟ ਵਾਸ਼ਰੂਮ ਵਗੈਰਾ ਸਾਰਾ ਕੁਛ ਬੈੱਡ 'ਤੇ ਹੀ ਸੀ। ਮੰਮਾ ਹੀ ਕਰਦੇ ਸੀ ਮੇਰਾ ਸਾਰਾ ਕੁਛ ਤੇ ਮੰਮਾ ਨੇ ਨਹਾਉਣਾ ਮੈਨੂੰ। ਤੇ ਮੈਂ ਰੋਂਦੀ ਹੁੰਦੀ ਸੀ। ਮੈਂ ਕਿਹਾ ਮੈਂ ਇੰਨੀ ਮਤਲਬ ਕਿ ਯੰਗ ਹੋ ਕੇ ਵੀ ਮੈਨੂੰ ਫੀਲ ਹੁੰਦਾ ਸੀ ਬਹੁਤ ਜ਼ਿਆਦਾ ਕਿ ਮੇਰੇ ਮੰਮੀ ਮੇਰਾ ਮਤਲਬ ਕਿ ਸਾਰਾ ਕੁਝ ਵਾਸ਼ਰੂਮ ਟੋਇਲਟ ਵਗੈਰਾ ਉੱਪਰ ਚੱਕ ਰਹੇ ਆ। ਮੈਨੂੰ ਖੁਦ ਨੂੰ ਫੀਲ ਹੁੰਦਾ ਸੀ, ਮੈਂ ਸ਼ੇਮ ਮਹਿਸੂਸ ਕਰਦੀ ਹੁੰਦੀ ਸੀ। ਸਿਰ ਦੇ ਵਿੱਚ ਵੀ ਜ਼ਖਮ ਹੋ ਚੁੱਕਿਆ ਸੀ ਮੇਰੇ ਤੇ ਮੈਨੂੰ ਨਹੀਂ ਸੀ ਪਤਾ। ਮੈਂ ਇੱਕ ਵਾਰੀ ਸਿਰ ਮੰਮਾ ਬੰਨ੍ਹਦੇ ਪਏ ਸੀ, ਮੈਂ ਕਿਹਾ ਮੰਮਾ ਵੀ ਮੇਰੇ ਪੇਨ ਹੋ ਰਹੀ ਹੈ ਤੇ ਮੰਮਾ ਨੇ ਹੀ ਦੇਖਿਆ ਸੀ ਉਹ ਜ਼ਖਮ। ਤੇ ਫਿਰ ਡਾਕਟਰ ਨੂੰ ਦਿਖਾਇਆ। ਡਾਕਟਰ ਨੇ ਦੱਸਿਆ ਕਿ ਕਹਿੰਦੇ ਵੀ ਇਹ ਮਤਲਬ ਕਿ ਸ਼ੂਗਰ ਦੇ ਕਾਰਨ ਹੀ ਆ, ਇਹਦੇ ਜ਼ਖਮ ਹੋ ਚੁੱਕਾ ਸਿਰ ਦੇ ਵਿੱਚ। ਮੈਂ ਫਿਰ ਪਰੇਸ਼ਾਨ, ਮੈਂ ਕਹਿੰਦੀ ਮੈਂ ਇੰਨੀਆਂ ਮੁਸ਼ਕਿਲਾਂ ਮੈਂ ਕਿੱਦਾਂ ਮੈਂ ਕੀ ਕਰਾਂ। ਮੈਂ ਖੁਦ ਪਰੇਸ਼ਾਨ ਬਹੁਤ ਹੋ ਚੁੱਕੀ ਸੀ। ਇਹ ਗੱਲ ਮੈਂ ਜਾਣਦੀ ਸੀ, ਮੈਨੂੰ ਪਤਾ ਸੀ ਕੀ ਸੀ ਮੇਰੇ ਨਾਲ ਹੋ ਰਿਹਾ। ਕੋਈ ਵੀ ਸਾਰੇ ਅੱਕ ਚੁੱਕੇ ਸੀ ਮੇਰੇ ਤੋਂ, ਮੈਨੂੰ ਬੋਲਦੇ ਹੁੰਦੇ ਸੀ ਅੱਕ ਕੇ ਵੀ ਤੂੰ ਮਰ ਜਾ, ਤੂੰ ਮਰਦੀ ਨਹੀਂ ਹੈਗੀ, ਸਾਰਾ ਕੁਛ ਤੂੰ ਸਾਡੇ ਮਤਲਬ ਕਿ ਸਾਰਾ ਪੈਸਾ ਖਤਮ ਕਰ ਦਿੱਤਾ, ਤੂੰ ਤੈਨੂੰ ਇੱਦਾਂ ਹੋ ਜਾਵੇ, ਤੈਨੂੰ ਉੱਦਾਂ ਹੋ ਜਾਵੇ ਵੀ ਤੂੰ ਬਸ ਇੱਥੋਂ ਤੈਨੂੰ ਰੱਬ ਚੱਕ ਹੀ ਲਵੇ, ਇਹਨੂੰ ਚੰਗਾ ਇੱਦਾਂ ਦੀ ਨਰਕ ਭਰੀ ਜ਼ਿੰਦਗੀ ਨਾਲੋਂ। ਇੱਦਾਂ ਮੈਨੂੰ ਬੋਲਦੇ ਹੁੰਦੇ ਸੀ ਪਰ ਮੈਂ ਕਦੀ ਵੀ ਆਪਣੇ ਮਨ ਦੀ ਗੱਲ ਕਦੀ ਕਿਸੇ ਨੂੰ ਦੱਸਦੀ ਨਹੀਂ ਸੀ ਹੁੰਦੀ। ਬਹੁਤ ਜ਼ਿਆਦਾ ਹੀ ਪਰੇਸ਼ਾਨ ਸੀ ਮੈਂ। ਤੇ ਇੱਕ ਵਾਰੀ ਮੈਂ ਇੱਦਾਂ ਹੀ ਰੂਮ ਲੌਕ ਕਰ ਲਿਆ ਸੀ। ਮੈਂ ਉਸ ਵੇਲੇ ਸੋਚਦੀ ਸੀ, ਮੈਂ ਕਿਹਾ ਮੈਂ ਕੀ ਕਰਾਂ। ਮੈਂ ਸੁਸਾਈਡ ਕਰਨ ਬਾਰੇ ਸੋਚਦੀ ਸੀ। ਮੈਂ ਕਿਹਾ ਮੈਂ ਕੀ ਕਰਾਂ, ਮੈਂ ਬਹੁਤ ਜ਼ਿਆਦਾ ਹਰਟ ਸੀ। ਤੇ ਮੰਮਾ ਲੌਕ ਕਹਿੰਦੇ ਸੀ ਖੋਲ, ਮੈਂ ਖੋਲਿਆ ਨਹੀਂ ਲੌਕ। ਤੇ ਉਸ ਤੋਂ ਬਾਅਦ ਮੈਂ ਜਿੱਦਾਂ ਹੀ ਮੈਂ ਲੌਕ ਖੋਲਿਆ ਤੇ ਮੈਂ ਨਾਲ ਹੀ ਬੇਹੋਸ਼ ਹੋ ਕੇ ਡਿੱਗ ਗਈ ਸੀ, ਕਿਉਂਕਿ ਮੈਂ ਉਸ ਟਾਈਮ ਫਰਨੈਲ ਪੀਤੀ ਹੋਈ ਸੀ। ਤੇ ਉਸ ਟਾਈਮ ਮੈਨੂੰ ਬਾਅਦ ਨਹੀਂ ਪਤਾ ਲੱਗਾ ਮੈਨੂੰ ਕੀ ਹੋਇਆ। ਜਿੱਦਾਂ ਹੀ ਮੈਂ ਮੰਮਾ ਦੇ ਕੋਲ, ਮੰਮਾ ਕਹਿੰਦੇ ਦਰਵਾਜ਼ਾ ਖੋਲ, ਜਿੱਦਾਂ ਹੀ ਮੈਂ ਕੁੰਡੀ ਖੋਲੀ ਤਾਂ ਮੈਂ ਬੇਹੋਸ਼ ਸੀ। ਤੇ ਫਿਰ ਉਸ ਤੋਂ ਬਾਅਦ ਮੈਂ ਆਪਣੇ ਰੂਮ 'ਚ ਬੈਠੀ ਪਰੇਸ਼ਾਨ ਸੀ। ਮੈਂ ਸੋਚ ਰਹੀ ਸੀ ਕਿ ਮੈਂ ਬਿਨਾਂ ਪੈਰਾਂ ਤੋਂ ਮੈਂ ਕਿੱਦਾਂ ਤੁਰਨਾ, ਮੈਂ ਬਿਨਾਂ ਪੈਰਾਂ ਤੋਂ ਕਿੱਦਾਂ ਦੀ ਲੱਗਣਾ। ਮੈਂ ਰੋਂਦੀ ਬਹੁਤ ਸੀ। ਤੇ ਫਿਰ ਖਾਂਬਰਾ ਚਰਚ ਤੋਂ ਇਵੈਂਜਲਿਜ਼ਮ ਟੀਮ ਜਿਹੜੇ ਸੁਸਮਾਚਾਰ ਸੁਣਾਉਣ ਲਈ ਆਉਂਦੇ ਆ, ਉਹ ਸਾਨੂੰ ਵਚਨ ਸੁਣਾਇਆ ਉਹਨਾਂ ਨੇ ਪਰਮੇਸ਼ਵਰ ਦਾ। ਸਾਡੇ ਘਰ ਆਏ, ਅਸੀਂ ਉਹਨਾਂ ਨੂੰ ਆਪਣੇ ਘਰ ਬਿਠਾਇਆ, ਬੁਲਾਇਆ, ਉਹਨਾਂ ਨਾਲ ਗੱਲਬਾਤ ਕੀਤੀ ਔਰ ਸਾਨੂੰ ਉਹਨਾਂ ਨੇ ਦੱਸਿਆ ਕਿ ਅਸੀਂ ਆਪਣੀ ਪ੍ਰੋਬਲਮ ਉਹਨਾਂ ਨਾਲ ਸ਼ੇਅਰ ਕੀਤੀ। ਉਹਨਾਂ ਨੇ ਸਾਨੂੰ ਦੱਸਿਆ ਕਿ ਤੁਸੀਂ ਖਾਂਬਰਾ ਚਰਚ ਜਾਓ, ਤੁਸੀਂ ਜੀਵਿਤ ਚਰਚ ਜਾਓ ਔਰ ਇਸ ਪ੍ਰੋਬਲਮ ਤੋਂ ਤੁਸੀਂ ਜ਼ਰੂਰ ਆਜ਼ਾਦ ਹੋਵੋਗੇ। ਤੁਸੀਂ ਫੇਥ ਰੱਖ ਕੇ ਜਾਓ ਕਿ ਪਰਮੇਸ਼ਵਰ ਚੰਗਾ ਕਰਨ ਦੀ ਸਾਮਰਥ ਰੱਖਦਾ ਹੈ। ਉਹਨਾਂ ਨੇ ਦੱਸਿਆ ਸਾਨੂੰ ਕਿ ਉਹ ਇੰਪੋਸੀਬਲ ਕੰਮ को पॉसिबल करने की सामर्थ रखता है। मैं नेक्स्ट डे खांबरा चर्च मैं क्या मम्मा जो कुछ मर्जी हो जाए मैं खांबरा चर्च जाना मतलब जाना। फिर मैं नैक्सट डे मम्मा के नाल गड्डी विच खांबरा चर्च गई क्योंकि मैं तुर के तो जा नहीं सी सकती। जो ब्रदर लैके गए सी मैनू ड्राइवर उन्होंने मैनू गड्डी च चक के बिठाया घरों, उन्होंने मैनू चर्च आके गड्डी चों लाया। तो फिर मैं पैर पट्टियां करके पैर बन के जाती हुंदी सीगी, मैं तो तुरिया तक
ਤੱਕ ਨਹੀਂ ਸੀ ਜਾਂਦਾ, ਇੰਨੀ ਜ਼ਿਆਦਾ ਪੇਨ ਹੁੰਦੀ ਪਈ ਸੀ। ਤੇ ਫਿਰ ਉਸ ਤੋਂ ਬਾਅਦ ਜਿੱਦਾਂ ਹੀ ਮੈਂ ਚਰਚ ਆਉਣਾ ਸਟਾਰਟ ਕੀਤਾ ਤੇ ਮੈਂ ਰੋਂਦੀ ਸੀ। ਮੈਂ ਕਿਹਾ ਪਰਮੇਸ਼ਰ ਮੈਂ ਫਸਟ ਵਾਰੀ ਤੇਰੇ ਦਰ ਤੇ ਆਈ ਹਾਂ, ਮੈਨੂੰ ਕੋਈ ਪ੍ਰੇਅਰ ਕਰਨ ਦਾ ਨਹੀਂ ਪਤਾ, ਮੈਨੂੰ ਕੁਛ ਨਹੀਂ ਮੈਂ ਤੇਰੇ ਕੋਲ ਮੰਗਦੀ, ਮੈਂ ਸਿਰਫ ਇਹੀ ਮੰਗਦੀ ਹਾਂ ਕਿ ਮੈਨੂੰ ਚੰਗਾ ਕਰ, ਕਿ ਮੈਂ ਵੀ ਦੂਸਰੇ ਲੋਕਾਂ ਵਾਂਗੂ ਮੈਂ ਟੈਸਟਾਮਨੀ ਸੁਣੀਆਂ ਸੀ ਉਸ ਟਾਈਮ, ਮੈਂ ਵੀ ਇਹਨਾਂ ਵਾਂਗੂ ਚੰਗੀ ਹੋ ਪਾਵਾਂ। ਮੈਂ ਹੋਰ ਕੁਛ ਨਹੀਂ ਸੀ ਮੰਗਿਆ। ਜਿੱਦਾਂ ਮੈਂ ਚਰਚ ਆਉਂਦੀ ਗਈ, ਰੈਗੂਲਰ ਆਉਂਦੀ ਗਈ, ਹਰ ਸੰਡੇ ਹਰ ਥਰਸਡੇ ਆਉਂਦੀ ਹੁੰਦੀ ਸੀ। ਤੇ ਮੈਨੂੰ ਜਦੋਂ ਮੈਂ ਫਸਟ ਵਾਰੀ ਆਈ ਸੀ ਤਾਂ ਮੈਨੂੰ ਇੱਕ ਸੌਂਗ ਬੜਾ ਹੀ ਮੇਰੇ ਦਿਲ ਨੂੰ ਲੱਗਾ, ਛੂਇਆ ਕਿ ਤੇਰੇ ਮਾਰ ਖਾਣੇ ਸੇ ਯीशु मैंने शिफा पाई है। उस सॉन्ग ਨੂੰ ਮੈਂ ਫੀਲ ਕੀਤਾ ਔਰ ਚੰਗੀ ਤਰੀਕੇ ਨਾਲ ਸੁਣਿਆ ਤੇ ਮੈਂ ਫੀਲ ਕੀਤਾ ਔਰ ਮੈਨੂੰ ਮੇਰੇ ਉਸ ਦਿਨ ਤੋਂ ਹੀ ਰਿਕਵਰੀ ਸਟਾਰਟ ਹੋ ਗਈ ਸੀ ਤੇ ਮੈਂ ਬਹੁਤ ਜ਼ਿਆਦਾ ਹੀ ਬੈਟਰ ਹੀਲ ਕਰਦੀ ਪਈ ਸੀ ਕਿ ਬਹੁਤ ਜ਼ਿਆਦਾ ਹੀ ਮੈਂ ਕਿਹਾ ਪਰਮੇਸ਼ਵਰ ਮੈਂ ਚੰਗੀ ਹੋ ਚੁੱਕੀ ਹਾਂ। ਮੈਂ ਇਹੀ ਵਰਡ ਯੂਜ਼ ਕਰਦੀ ਸੀ ਕਿ ਪਰਮੇਸ਼ਵਰ ਮੈਂ ਚੰਗੀ ਹੋ ਚੁੱਕੀ ਹਾਂ। ਅਪੋਸਟਲ ਅੰਕਲ ਯੂਸਫ ਨੂਰੁੱਲਾ ਜੀ ਨੇ ਮੇਰੇ ਲਈ 22/9/2019 'ਚ ਜਦੋਂ ਮੈਂ ਲੇ ਹੈਂਡ ਕਰਵਾਇਆ ਸੀ ਤੇ ਉਹਨਾਂ ਨੇ ਮੈਨੂੰ ਕਿਹਾ ਸੀ, ਜਿੱਦਾਂ ਹੀ ਮੇਰੇ ਅਪੋਸਟਲ ਜੀ ਮੇਰੇ ਕੋਲ ਆਏ ਤਾਂ ਉਹਨਾਂ ਨੇ ਮੇਰੇ ਹੱਥ ਨੂੰ ਟੱਚ ਕੀਤਾ ਤਾਂ ਮੈਨੂੰ ਕਰੰਟ ਜਿਹਾ ਮਹਿਸੂਸ ਹੋਇਆ, ਕਰੰਟ ਜਿੱਦਾਂ ਮੇਰੇ ਅੰਦਰ ਆਇਆ ਤੇ ਇੱਦਾਂ ਲੱਗਦਾ ਸੀ ਜਿੱਦਾਂ ਕੋਈ ਮੇਰਾ ਆਪਰੇਟ ਕਰ ਰਿਹਾ ਹੁੰਦਾ ਆ। ਮੈਂ ਬਹੁਤ ਬੈਟਰ ਫੀਲ ਕਰ ਰਹੀ ਹਾਂ, ਉਦੋਂ ਤੋਂ ਬਿਲਕੁਲ ਆਜ਼ਾਦ ਹਾਂ, ਕੋਈ ਪ੍ਰੋਬਲਮ ਨਹੀਂ ਹੈ, ਕੋਈ ਬਿਮਾਰੀ ਨਹੀਂ ਹੈ ਮੈਨੂੰ। ਤੇ ਉਹਨਾਂ ਨੇ ਜਦੋਂ ਲੇ ਹੈਂਡ ਵੀ ਕੀਤੀ ਸੀ ਮੇਰੇ ਉੱਤੇ ਤੇ ਮੈਂ ਮਤਲਬ ਕਿ ਬਹੁਤ ਫੀਲ ਆਪਣੇ ਆਪ ਨੂੰ ਕਰਦੀ ਸੀ ਕਿ ਹਾਂ ਮੈਂ ਆਜ਼ਾਦ ਹੋ ਚੁੱਕੀ ਹਾਂ, ਫ੍ਰੀ ਹੋ ਚੁੱਕੀ। ਮੇਰਾ ਫੇਥ ਇਹੀ ਸੀ, ਮੈਂ ਕਿਹਾ ਪਰਮੇਸ਼ਰ ਮੇਰਾ ਫੇਥ ਤੇਰੇ ਤੇ ਆ, ਮੇਰਾ ਟਰਸਟ ਤੇਰੇ ਤੇ ਆ। ਉਸ ਦਿਨ ਤੋਂ ਬਾਅਦ ਮੈਂ ਪੂਰੀ ਤਰ੍ਹਾਂ ਹੀਲ ਹਾਂ। ਮੈਂ ਆਪਣੀ ਟੈਸਟਾਮਨੀ ਦੇਣ ਦੇ ਲਈ ਖਾਂਬਰਾ ਚਰਚ ਵਿੱਚ ਆਈ ਸੀ। ਜਦੋਂ ਮੈਂ ਡਾਕਟਰ ਦੇ ਕੋਲ ਗਈ ਤੇ ਮੈਂ ਡਾਕਟਰ ਨੂੰ ਦੱਸਿਆ ਕਿ ਮੈਂ ਮਤਲਬ ਕਿ ਮੈਂ ਰਿਪੋਰਟਸ ਕਰਵਾਉਣੀ ਆ ਵੀ ਸਰ ਮੈਂ ਇੱਦਾਂ ਕਿ ਮੈਨੂੰ ਪ੍ਰੋਬਲਮ ਸੀ, ਇੱਦਾਂ ਮੇਰਾ ਫੇਥ ਹੈ ਕਿ ਮੈਂ ਚੰਗੀ ਹੋ ਚੁੱਕੀ ਹਾਂ। ਡਾਕਟਰ ਨੇ ਜਦੋਂ ਮਤਲਬ ਕਿ ਮੇਰੀ ਰਿਪੋਰਟ ਕੱਢੀ ਤੇ ਉਹਨਾਂ ਨੇ ਦੇਖਿਆ ਰਿਪੋਰਟ ਔਰ ਉਹਨਾਂ ਨੇ ਮੈਨੂੰ ਕੈਬਨ 'ਚ ਬੁਲਾਇਆ ਤੇ ਮੈਂ ਜਦੋਂ ਕੈਬਨ 'ਚ ਗਈ ਡਾਕਟਰ ਦੇ ਤੇ ਡਾਕਟਰ ਕੁਝ ਬੋਲੇ ਨਹੀਂ। ਮੈਨੂੰ ਪਤਾ ਲੱਗ ਗਿਆ ਸੀ। ਮੈਂ ਸਮਾਈਲ ਕਰਦੀ ਹੋਈ ਕੈਬਨ 'ਚ ਗਈ ਤੇ ਜਦੋਂ ਮੇਰੇ ਡਾਕਟਰ ਨੇ ਮਤਲਬ ਕਿ ਮੈਨੂੰ ਆਪਣੇ ਕੈਬਨ 'ਚ ਬੁਲਾਇਆ ਔਰ ਚੁੱਪ ਸੀ ਤੇ ਮੈਂ ਕਿਹਾ ਸਰ ਕੀ ਹੋਇਆ? ਉਹਨਾਂ ਨੇ ਕਿਹਾ ਵੀ ਇੰਪੋਸੀਬਲ। ਮੈਂ ਕਿਹਾ ਡਾਕਟਰ ਸਾਹਿਬ ਕੀ ਹੋਇਆ? ਕਹਿੰਦੇ ਕਿ ਮੈਂ ਸ਼ੌਕਡ ਹਾਂ ਕਿ ਅੱਜ ਤੱਕ ਇੱਦਾਂ ਦੀ ਕੋਈ ਟੈਸਟਾਮਨੀ ਜਾਂ ਕੁਝ ਵੀ ਇੱਦਾਂ ਦਾ ਮਿਰੇਕਲਸ ਨਹੀਂ ਹੋਇਆ। ਇਸ ਪੇਸ਼ੈਂਟ ਇੱਦਾਂ ਦੇ ਪੇਸ਼ੈਂਟ ਤਾਂ ਬਲੱਡ ਸ਼ੂਗਰ ਵਾਲੇ ਮੈਂ ਜ਼ਿਆਦਾਤਰ ਦੇਖੇ ਆ ਕਿ ਕਈਆਂ ਦੀ ਡੈਥ ਹੀ ਹੁੰਦੀ ਆ, ਲਾਸਟ ਸਟੇਜ ਇਹੀ ਆ। ਕਹਿੰਦੇ ਤੇਰੀ ਰਿਪੋਰਟਸ ਜਿੰਨੀ ਚਾਹੀਦੀ ਸੀ ਉਸ ਤੋਂ ਵੀ ਮਤਲਬ ਕਿ ਬਹੁਤ ਬੈਟਰ ਆ, ਮਤਲਬ ਕਿ ਨੋਰਮਲ ਆ ਚੁੱਕੀ ਆ। ਮੈਂ ਕਿਹਾ ਉਹਨਾਂ ਨੇ ਕਿਹਾ ਕਹਿੰਦੇ ਕਾਜਲ ਤੂੰ ਕਿਹੜੀ ਐਕਸਰਸਾਈਜ਼ ਕਰਦੀ ਆ, ਤੂੰ ਕੀ ਕਰਦੀ ਆ ਕਿ ਸਾਰਾ ਕੁਝ ਨੋਰਮਲ, ਲੀਵਰ ਔਰ ਕਿਡਨੀਜ਼ ਔਰ ਸ਼ੂਗਰ ਦਾ ਲੈਵਲ ਕਿੱਦਾਂ ਨੋਰਮਲ ਆ। ਮੈਂ ਕਿਹਾ ਵੀ ਸਰ ਵੀ ਮੈਂ ਜੀਵਿਤ ਚਰਚ ਵਿੱਚ ਜਾਂਦੀ ਹਾਂ, ਖਾਂਬਰਾ ਚਰਚ, ਔਰ ਪ੍ਰਭੂ ਯਿਸੂ ਮਸੀਹ ਨੇ ਮੈਨੂੰ ਆਜ਼ਾਦ ਕੀਤਾ ਇਸ ਪ੍ਰੋਬਲਮ ਦੇ ਵਿੱਚੋਂ। ਮੈਂ ਪਰਮੇਸ਼ਰ ਦਾ ਬਹੁਤ ਧੰਨਵਾਦ ਕਰਦੀ ਕਿ ਇਸ ਪ੍ਰੋਬਲਮ 'ਚੋਂ ਮੈਨੂੰ ਆਜ਼ਾਦ ਕੀਤਾ। ਡਾਕਟਰ ਹੈਰਾਨ ਕੀਤੇ, ਸ਼ਰਮਿੰਦਗੀ ਫਾਇਰ ਕੀਤੀ ਪਰਮੇਸ਼ਰ ਨੇ। ਹੁਣ ਮੈਂ ਮਤਲਬ ਕਿ ਬਹੁਤ ਬੈਟਰ ਫੀਲ ਕਰ ਰਹੀ ਹਾਂ। ਮੈਂ ਬਹੁਤ ਜ਼ਿਆਦਾ ਐਕਸਾਈਟਮੈਂਟ ਹੈ ਮੈਨੂੰ। ਹੁਣ ਮੈਨੂੰ ਲੱਗਦਾ ਆ ਕਿ ਮੈਂ ਸਾਰਾ ਕੁਝ ਖਾ ਪੀ ਰਹੀ ਹਾਂ, ਮਿੱਠਾ, ਡੱਬਿਆਂ ਦੇ ਡੱਬੇ, ਮਠਿਆਈ ਦੇ ਬਰਫੀ, ਸਾਰਾ ਕੁਝ ਖਾ ਰਹੀ ਹਾਂ। ਮੈਂ ਬਸ ਸਾਰਿਆਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਜਿਹੜੇ ਵੀ ਮਤਲਬ ਕਿ ਕਿਤੇ ਵੀ ਇੱਧਰ ਉੱਧਰ ਜਾ ਕੇ ਆਪਣਾ ਟਾਈਮ ਵੇਸਟ ਨਾ ਕਰੋ। ਸਿਰਫ ਜੀਵਿਤ ਚਰਚ, ਖਾਂਬਰਾ ਚਰਚ ਆਓ ਔਰ ਪ੍ਰਭੂ ਯਿਸੂ ਮਸੀਹ ਦੇ ਦਾਸ ਅਪੋਸਟਲ ਅੰਕਲ ਯੂਸਫ ਨੂਰੁੱਲਾ ਜੀ ਦਾ ਮੈਂ ਬਹੁਤ ਧੰਨਵਾਦ ਕਰਦੀ ਹਾਂ। ਜੀਵਿਤ ਚਰਚ ਵਿੱਚ ਆਓ ਔਰ ਆਪਣੀ ਪ੍ਰੋਬਲਮਾਂ ਤੋਂ ਸ਼ਿਫਾ ਪਾ ਜਾਓ, ਕਿਉਂਕਿ ਇੱਧਰ ਉੱਧਰ ਟਾਈਮ ਵੇਸਟ ਕਰਕੇ ਕੁਝ ਨਹੀਂ ਮਿਲਦਾ। ਬਸ ਜੋ ਵੀ ਆ ਜ਼ਿੰਦਾ ਖੁਦਾ ਆ, ਜੀਵਿਤ ਚਰਚ ਵਿੱਚ ਆਓ। ਬਸ ਮੈਂ ਪਰਮੇਸ਼ਰ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਪਰਮੇਸ਼ਰ ਜਿੱਦਾਂ ਮੈਨੂੰ ਹੀਲ ਕੀਤਾ ਆ, ਏਡੀ ਵੱਡੀ ਪ੍ਰੋਬਲਮ ਤੋਂ ਆਜ਼ਾਦ ਕੀਤਾ, ਜਿਹੜੀ ਇੰਪੋਸੀਬਲ ਸੀ ਉਹ ਡਾਕਟਰਸ ਲਈ, ਮੇਰੇ ਲਈ, ਲੋਕਾਂ ਲਈ ਉਹ ਪੋਸੀਬਲ ਕੀਤਾ ਆ। ਇਸ ਤੋਂ ਵੱਡੀ ਖੁਸ਼ੀ ਹੋਰ ਮੈਨੂੰ ਕੋਈ ਨਹੀਂ ਹੋ ਸਕਦੀ। ਮੈਂ ਪ੍ਰਭੂ ਯਿਸੂ ਮਸੀਹ ਦਾ ਧੰਨਵਾਦ ਕਰਦੀ ਹਾਂ ਕਿ ਪ੍ਰਭੂ ਯਿਸੂ ਮਸੀਹ ਨੇ ਮੈਨੂੰ ਕੋਮਾ ਤੋਂ ਬਾਹਰ ਕੱਢਿਆ ਔਰ ਮੈਨੂੰ ਪ੍ਰਭੂ ਯਿਸੂ ਮਸੀਹ ਨੇ ਬਲੱਡ ਸ਼ੂਗਰ ਦੀ ਪ੍ਰੋਬਲਮ ਤੋਂ ਆਜ਼ਾਦ ਕੀਤਾ ਔਰ ਪਰਮੇਸ਼ਰ ਨੇ ਮੇਰੇ ਪੈਰ ਕੱਟਣ ਲਈ ਡਾਕਟਰਸ ਕਹਿੰਦੇ ਸੀ ਤੇ ਉਸ ਪ੍ਰੋਬਲਮ ਤੋਂ ਆਜ਼ਾਦ ਕੀਤਾ। ਮੇਰੇ ਪੈਰ ਬਿਲਕੁਲ ਹੀਲ ਹੈ। ਮੈਂ ਪਰਮੇਸ਼ਰ ਦਾ ਧੰਨਵਾਦ ਕਰਦੀ ਹਾਂ, ਪ੍ਰਭੂ ਯਿਸੂ ਮਸੀਹ ਦੇ ਦਾਸ ਅਪੋਸਟਲ ਜੀ ਦਾ ਧੰਨਵਾਦ ਕਰਦੀ ਹਾਂ। ਸਾਰਿਆਂ ਨੂੰ ਜੈ ਮਸੀਹ ਦੀ। ਸਭ ਨੂੰ ਜੈ ਮਸੀਹ ਦੀ। ਮੈਂ ਇਸ ਦੀ ਮਦਰ ਹਾਂ
जो 2012 ਦੇ ਵਿੱਚ ਇਸ 'ਤੇ ਸ਼ੂਗਰ ਦਾ ਅਟੈਕ ਹੋਇਆ ਤੇ ਸਾਨੂੰ ਨਹੀਂ ਸੀ ਪਤਾ ਵੀ ਇਹਨੂੰ ਸ਼ੂਗਰ ਹੈਗੀ ਆ। ਸਾਰੀ ਰਾਤ ਇਹ ਜਾਣੀ ਕਿ ਬੇਹੋਸ਼ੀ ਦੀ ਹਾਲਤ ਵਿੱਚ ਪਈ ਰਹੀ। ਜਦੋਂ ਸਵੇਰ ਨੂੰ ਮੈਂ ਠਾਲਦੀ ਸੀਗੀ ਤੇ ਉੱਠ ਨਹੀਂ ਸੀ ਰਹੀ। ਤਾਂ ਫਿਰ ਜਦੋਂ ਇਹਨੂੰ ਡਾਕਟਰ ਕੋਲ ਲੈ ਕੇ ਗਏ ਤਾਂ ਡਾਕਟਰ ਨੇ ਸਾਰਾ ਦਿਨ ਇਹਨੂੰ ਜਾਣੀ ਕਿ ਹਸਪੀਟਲ ਲਾਂਬੜੀ ਵਿੱਚ ਪਾਈ ਰੱਖਿਆ ਤੇ ਉਹ ਆਪਣੇ ਉਹਨੇ ਟ੍ਰੀਟਮੈਂਟ ਪੂਰਾ ਕੀਤਾ ਤੇ ਉਹ ਤੋਂ ਨਹੀਂ ਕੰਟਰੋਲ 'ਚ ਹੋਇਆ। ਉਹਨੂੰ ਪਤਾ ਲੱਗ ਗਿਆ ਵੀ ਇਹਨੂੰ ਸ਼ੂਗਰ ਹੋ ਚੁੱਕੀ ਆ। ਜਦ ਉਹਦੀ ਉਹਨੂੰ ਕੋਈ ਮਸਾ ਨਹੀਂ ਸੀ ਲੱਗ ਰਿਹਾ ਤੇ ਉਸਨੇ ਵੀ ਜਵਾਬ ਦੇ ਦਿੱਤਾ ਸੀ। 7-8 ਵਜੇ ਉਹਨੂੰ ਜਵਾਬ ਦੇ ਦਿੱਤਾ ਸੀਗਾ। ਫਿਰ ਅਸੀਂ ਜਲੰਧਰ ਲੈ ਕੇ ਗਏ ਤਾਂ ਫਿਰ ਉਹਨਾਂ ਨੇ ਸਾਨੂੰ ਜਾਣੀ ਕਿ ਪ੍ਰਾਈਵੇਟ ਰੂਮ ਦੇ ਦਿੱਤਾ ਤੇ ਜਦੋਂ ਪ੍ਰਾਈਵੇਟ ਰੂਮ ਵਿੱਚ ਦੇ ਦਿੱਤਾ ਤਾਂ ਫਿਰ ਇਸ ਦੀ ਮਾਮੀ ਆਈ ਤਾਂ ਉਸਨੇ ਇਹਨੂੰ ਮਿਲਣ ਵਾਸਤੇ ਆਈ ਸੀਗੀ। ਉਹ ਵੀ ਹਸਪੀਟਲ ਵਿੱਚ ਅਸੀਂ ਲੱਗੇ ਹੋਏ ਤਾਂ ਉਹਨਾਂ ਨੇ ਕਿਹਾ ਵੀ ਜਾਣੀ ਕਿ ਐਡਾ ਵੱਡਾ ਤੇ ਸ਼ੂਗਰ ਦਾ ਅਟੈਕ ਹੋਇਆ ਤੇ ਇਹਦੇ ਕੋਈ ਬੋਡੀ 'ਤੇ ਕੋਈ ਜਾਣੀ ਕਿ ਅਸਰ ਤਾਂ ਨਹੀਂ ਕਰ ਗਿਆ ਹੈਗਾ। ਉਸਨੇ ਜਦੋਂ ਇਹਦੇ ਪੈਰਾਂ ਨੂੰ ਹੱਥ ਲਗਾਇਆ ਤਾਂ ਪੈਰ ਇਹਨੇ ਮਹਿਸੂਸ ਕਰ ਰਹੀ ਸੀ ਮੇਰੇ ਪੈਰ ਇਹ ਹੱਥ ਨਹੀਂ ਸੀ ਲਗਾਉਣ ਦਿੰਦੀ ਬੇਹੋਸ਼ੀ ਦੀ ਹਾਲਤ ਵਿੱਚ ਵੀ। ਤੇ ਫਿਰ ਜਦੋਂ ਉਸਨੇ ਜਰਾਬਾਂ ਦੀਆਂ ਖੋਲ੍ਹੀਆਂ ਤਾਂ ਜਰਾਬਾਂ ਬਿਲਕੁਲ ਨਾਲ ਜ਼ਖਮਾਂ ਚਿਪਕੀਆਂ ਹੋਈਆਂ ਪਈਆਂ ਸੀਗੀਆਂ ਤੇ ਛਾਲੇ ਬਹੁਤ ਵੱਡੇ ਹੋਏ ਪਏ ਸੀਗੇ। ਜਾਣੀ ਕਿ ਪੂਰੀ ਤਰ੍ਹਾਂ ਪੈਰ ਜਿਹੜੇ ਗਲ ਚੁੱਕੇ ਸੀਗੇ। ਯਾਨੀ ਡਾਕਟਰਾਂ ਜਦ ਦੇਖਿਆ ਤੇ ਉਹਨਾਂ ਨੇ ਸਾਨੂੰ ਫਿਰ ਕਿਹਾ ਵੀ ਤੁਸੀਂ 1 ਮਹੀਨਾ ਇਹਨੂੰ ਇੱਥੇ ਹੀ ਰੱਖਣਾ ਪੈਣਾ ਆ, ਨਹੀਂ ਤਾਂ ਤੁਸੀਂ ਜਾਣੀ ਕਿ ਪੈਰ ਬਹੁਤ ਜ਼ਿਆਦਾ ਹੋਏ ਜੇ। ਤੇ ਉਹ ਆਪਣਾ ਇਲਾਜ ਕਰਦੇ ਰਹੇ ਪੈਰਾਂ ਦਾ ਵੀ ਸ਼ੂਗਰ ਦਾ ਵੀ। ਨਾ ਹੀ ਸ਼ੂਗਰ ਦੀ ਕੰਟਰੋਲ 'ਚ ਬਿਲਕੁਲ ਵੀ ਆਉਂਦੀ ਸੀਗੀ ਤੇ ਨਾ ਹੀ ਪੈਰ ਠੀਕ ਹੋ ਰਹੇ ਸੀਗੇ। ਤੇ ਵੱਡੇ ਡਾਕਟਰ ਨੇ ਫਿਰ ਕਿਹਾ ਵੀ ਨਹੀਂ ਕੋਈ ਫਰਕ ਨਹੀਂ ਤਾਂ ਇਹਦੇ ਪੈਰ ਕੱਟਣੇ ਪੈਣੇ ਤਾਂ ਹੋਰ ਗਾਹਾਂ ਖਰਾਬ ਯਾਨੀ ਕਿ ਹੋ ਜਾਣੇ ਆ ਗਾਹਾਂ ਹੋਰ ਖਰਾਬ। ਤੇ ਉਸ ਤੋਂ ਬਾਅਦ ਫਿਰ ਜਾਣੀ ਕਿ ਮੈਂ ਜਾਣੀ ਉਹਨਾਂ ਸਾਨੂੰ ਡੇਟ ਯਾਨੀ ਫਿਕਸ ਕਰਤੀ ਸੀਗੀ ਵੀ ਇਸ ਤਰੀਕ ਤੁਸੀਂ ਪੈਰ ਇਹਦੇ ਕਟਵਾ ਲਿਓ। ਤਾਂ ਪਰ ਮੈਂ ਇੱਕ ਮਾਂ ਹੋਣ ਦੇ ਨਾਤੇ ਮੈਂ ਇੱਦਾਂ ਪੈਰ ਆਪਣੀ ਬੇਟੀ ਦੇ ਕਿੱਦਾਂ ਯਾਨੀ ਕਿ ਦੇਖ ਸਕਦੀ ਸੀ ਕੱਟਦੇ ਹੋਏ। ਤਾਂ ਬਹੁਤ ਪਰੇਸ਼ਾਨ ਸੀ, ਬਹੁਤ ਰੋਂਦੀ ਹੁੰਦੀ ਸੀਗੀ। ਮੇਰਾ ਕੋਈ ਸਹਾਰਾ ਨਹੀਂ ਸੀਗਾ। ਜਿਹੜੇ ਸਾਡੇ ਜਾਣੀ ਕਿ ਇਸ ਇਲਾਜ ਵਾਸਤੇ ਜਾਣੀ ਕਿ ਸਾਡੀ ਹੈਲਪ ਕਰ ਰਹੇ ਸੀਗੇ ਉਹਨਾਂ ਨੇ ਵੀ ਹੱਥ ਖੜੇ ਕਰਤੇ ਸੀਗੇ। ਉਹ ਕਹਿੰਦੇ ਅਸੀਂ ਤੁਹਾਨੂੰ ਰੋਟੀ ਦੇ ਸਕਦੇ ਹਾਂ, ਰੋਟੀ ਲਈ ਪੈਸੇ ਦੇ ਸਕਦੇ ਹਾਂ, ਅਸੀਂ ਤੁਹਾਡੀਆਂ ਇਸ ਬਿਮਾਰੀਆਂ ਲਈ ਪੈਸੇ ਨਹੀਂ ਦੇ ਸਾਡੇ ਕੋਲ ਹੈਗੇ, ਸਾਡੇ ਹੱਥ ਖੜੇ ਆ। ਤੇ ਮੈਂ ਇੰਨਾ ਪਰੇਸ਼ਾਨ ਸੀਗੀ ਕਿ ਜਾਣੀ ਕਿ ਮੇਰੇ ਤੋਂ ਨਾ ਪੈਸਾ ਸੀਗਾ ਇਸ ਦਾ ਇਲਾਜ ਕਰਾਉਣ ਲਈ ਤੇ ਨਾ ਮੈਨੂੰ ਕੁਝ ਦਿਸ ਰਿਹਾ ਸੀਗਾ ਮੈਂ ਹੁਣ ਕੀ ਕਰਾਂ। ਤੇ ਕੋਈ ਬੋਲ ਰਿਹਾ ਸੀਗਾ ਇਹਦੀ ਭੂਆ ਬੋਲ ਰਹੀ ਸੀਗੀ ਇਹਨੂੰ ਕਿਸੇ ਦਾ ਇਹਦੀ ਮੈਰਿਜ ਵੀ ਨਹੀਂ ਹੋਣੀ, ਕਿਸੇ ਲੂਲੇ ਲੰਗੜੇ ਨਾਲ ਇਹਦੀ ਮੈਰਿਜ। ਜਿਸੇ ਲੂਲੇ ਲੰਗੜੇ ਕੇ ਮੈਰਿਜ ਕਰਾ ਦਿਓ। ਮੈਨੂੰ ਕੋਈ ਵੀ ਆਸਰਾ ਨਜ਼ਰ ਨਹੀਂ ਸੀ ਆਉਂਦਾ ਹੈਗਾ, ਕੋਈ ਕੁਛ ਵੀ ਮੈਨੂੰ ਨਜ਼ਰ ਨਹੀਂ ਸੀ ਆਉਂਦਾ ਮੈਂ ਹੁਣ ਕੀ ਕਰਾਂ। ਉਸ ਤੋਂ ਇਲਾਵਾ ਵੀ ਫਿਰ ਮੈਂ ਹੋਰ 3-4 ਡਾਕਟਰਾਂ ਕੋਲ ਮੈਂ ਦਿਖਾਇਆ ਤੇ ਉਹਨਾਂ ਡਾਕਟਰ ਨੇ ਵੀ ਮੈਨੂੰ ਇਹੀ ਕਿਹਾ ਸੀਗਾ ਨਹੀਂ ਇਹਦੇ ਪੈਰ ਕੱਟਣੇ ਹੀ ਪੈਣੇ ਆ। ਫਿਰ ਮੈਂ ਬਹੁਤ ਪਰੇਸ਼ਾਨ ਸੀ, ਮੈਂ ਖੁਦ ਡਿਪਰੈਸ਼ਨ ਵਿੱਚ ਚਲ ਗਈ ਸੀਗੀ। ਔਰ ਫਿਰ ਮੈਂ ਇੱਕ ਦਿਨ ਫਿਰ ਮੈਂ ਜਿਸ ਘਰ ਆ ਗਏ ਉਦੋਂ ਜਾਣੀ ਕਿ ਬਹੁਤ ਪਰੇਸ਼ਾਨ ਸੀਗੇ ਤੇ ਫਿਰ ਡਾਕਟਰ ਨੇ ਹੱਥ ਖੜੇ ਕਰਤੇ ਸੀਗੇ ਤਾਂ ਪਰ ਮੈਂ ਕਿ ਪੈਰ ਨਹੀਂ ਸੀ ਇਹਦੇ ਕਟਵਾਏ। ਤਾਂ ਫਿਰ ਜਾਣੀ ਕਿ ਬੈਂਜਲਿਸ ਟੀਮ ਖਾਂਬੜਾ ਚਰਚ ਤੋਂ ਗਏ ਤਾਂ ਉਹਨਾਂ ਨੇ ਸਾਨੂੰ ਦੱਸਿਆ ਪਰਮੇਸ਼ਰ ਬਾਰੇ। ਜਿਸੇ ਦਿਨ ਮੈਂ ਆਈ ਸੀਗੀ ਤਾਂ ਉਸੇ ਦਿਨ ਇਹਦੀ ਜਾਣੀ ਕਿ ਦਵਾਈ ਜਿਹੜੀ ਲੱਗਣੀ ਸ਼ੁਰੂ ਹੋ ਗਈ ਸੀਗੀ। ਤਾਂ ਪਰਮੇਸ਼ਰ ਦੇ ਜੋ ਦਾਸ ਬਚਨ ਕਰ ਰਹੇ ਸੀਗੇ ਉਹਨਾਂ ਨੇ ਸ਼ੂਗਰ ਦੀਆਂ ਜਾਣੀ ਕਿ ਭਵਿੱਖਬਾਣੀਆਂ ਕਰ ਲਈਆਂ, ਜ਼ਖਮ ਠੀਕ ਹੋ ਰਹੇ ਆ ਸਾਡੇ ਭਵਿੱਖਬਾਣੀਆਂ ਕਰਦੇ ਹੁੰਦੇ ਸੀ। ਮੈਂ ਰਿਸੀਵ ਕਰਦੀ ਗਈ, ਜਿੱਦਾਂ ਮੈਂ ਰਿਸੀਵ ਕਰਦੀ ਗਈ ਤਾਂ ਮੈਂ ਇਹਦੇ ਪੈਰ ਆ ਵੀ ਜਾਣੀ ਕਿ ਠੀਕ ਹੋਣ ਲੱਗ ਪਏ। ਇਹ ਦਵਾਈ ਵੀ ਲੱਗਣੀ ਸ਼ੁਰੂ ਹੋ ਗਈ ਹੌਲੀ ਹੌਲੀ ਜਾਣੀ ਕਿ ਬਹੁਤ ਕਾਫੀ ਚੇਂਜ ਆ ਗਿਆ ਜੀ ਹੈਲਥ ਵਿੱਚ। ਤੇ ਜੋ ਡਾਕਟਰ ਨੇ ਡੇਟ ਦਿੱਤੀ ਸੀਗੀ ਉਹ ਡਾਕਟਰ ਵੀ ਹੈਰਾਨ ਹੋ ਗਏ ਵੀ ਇਹਦੇ ਪੈਰ ਕਿਸ ਤਰ੍ਹਾਂ ਠੀਕ ਹੋ ਚੁੱਕੇ ਆ। ਤੇ ਉਸ ਤੋਂ ਬਾਅਦ ਮੈਂ ਬਹੁਤ ਜਾਣੀ ਕਿ ਮੈਨੂੰ ਇੱਕ ਵਿਸ਼ਵਾਸ ਬਣ ਗਿਆ ਵੀ ਨਹੀਂ ਵਾਕਿਆ ਪਰਮੇਸ਼ਰ ਹੈ। ਫਿਰ ਇਸ ਦੀ ਜਾਣੀ ਕਿ 22/9/2019 ਨੂੰ ਇਹਦੀ ਲੇ ਹੈਂਡ ਕਰਵਾਈ ਤੇ ਜਾਣੀ ਕਿ ਪਰਮੇਸ਼ਰ ਦਾਸ ਨੇ ਫਿਰ ਇਸ ਨੂੰ ਲੇ ਹੈਂਡ ਵਿੱਚ ਕਿਹਾ ਤੂੰ ਫ੍ਰੀ ਹੋ ਚੁੱਕੀ ਆ, ਤੂੰ ਆਪਣੇ ਟੈਸਟ ਵਗੈਰਾ ਕਰਾ। ਜਦੋਂ ਅਸੀਂ ਤੇ ਉਸ ਤੋਂ ਬਾਅਦ ਟੈਸਟ ਕਰਵਾਏ ਇਹਦੀਆਂ ਕਿਡਨੀਆਂ ਨੋਰਮਲ ਆਈਆਂ, ਇਹਦੇ ਲੀਵਰ ਨੋਰਮਲ ਆਇਆ ਤੇ ਸ਼ੂਗਰ ਤੋਂ ਬਿਲਕੁਲ ਫ੍ਰੀ ਆ, यानी कि बिल्कुल नॉर्मल टेस्ट है सारे। मैं परमेश्वर का बहुत धन्यवाद करती हाँ और उस दास का बहुत बहुत धन्यवाद करती हाँ। परमेश्वर के दास के द्वारा टीचिंग्स को सुनने के लिए, अनाउंसमेंट्स और अपडेट्स को जानने के लिए आप हमारे YouTube चैनल को सब्सक्राइब करें।